दोषी ने दरअसल श्री केसगढ़ साहिब अंदर सिगरट पीती सीगी ते सिगरट पी के रागी ਸਿੰਘਾਂ ਵੱਲ सिगरट ਦਾ ਧੂਆਂ ਛੱਡਿਆ ਸੀਗਾ। ਦੱਸਦੇ ਕਿ 13 ਸਤੰਬਰ 2021 ਨੂੰ ਆ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀਗੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਫਾਈਲ ਫੋਟੋ ਉਸ ਸ਼ਖਸ ਦੀ। ਲੁਧਿਆਣਾ ਦਾ ਰਹਿਣ ਵਾਲਾ ਹੈ ਦੋਸ਼ੀ, ਜਿਸ ਦਾ ਨਾਮ ਹੈ ਪਰਮਜੀਤ ਸਿੰਘ। ਦੱਸਦੇ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਬੇਅਦਬੀਆਂ ਨੂੰ ਸਖਤ ਸਜ਼ਾ ਦੇਣ ਦੀ ਜੋ ਹੈ ਗੱਲ ਦੱਸੀ ਹੈ। ਬੇਅਦਬੀਆਂ ਨੂੰ ਦੋਸ਼ੀਆਂ ਨੂੰ फांसी की सजा होए, ज्ञानी सुल्तान सिंह का कहना है। तख्त श्री केसगढ़ साहिब के जथेदार ने उन्होंने कहा है कि बेअदबी के दोषियों को फांसी की सजा होए ते तख्त श्री केसगढ़ साहिब बेअदबी करने वाले को सजा का ऐलान किया गया। ਇਹਦੇ 'ਚ 13/9/2021 ਨੂੰ ਦੋਸ਼ੀ ਪਰਮਜੀਤ ਸਿੰਘ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿਹੜੀ ਖਾਲਸੇ ਦੀ ਜਨਮ ਭੂਮੀ ਹੈ ਉੱਥੇ ਸਵੇਰੇ ਤੜਕੇ 4 ਵਜੇ ਜਾ ਕੇ ਜਦੋਂ ਮਹਾਰਾਜ ਦੀ ਸਵਾਰੀ ਉੱਪਰੋਂ ਆਉਂਦੀ ਹੈ ਸੁੱਖ ਆਸਣ ਤੋਂ ਦਰਬਾਰ ਸਾਹਿਬ 'ਚ ਉੱਥੇ ਉਹਨੇ ਸਿਗਰਟ ਪੀ ਕੇ ਧੂਆਂ ਜਿਹੜਾ ਰਾਗੀ ਸਿੰਘਾਂ ਵੱਲੋਂ ਮਹਾਰਾਜ ਦੀ ਤਰਫ ਛੱਡਿਆ। ਉਹ ਤੋਂ ਬਾਅਦ ਉਹਨੇ ਬਲੀ ਹੋਈ ਸਿਗਰਟ ਹੈ ਜਿਹੜੀ ਔਰ ਤੀਲ ਹੈ ਉਹ ਚਾਦਰਾਂ ਦੇ ਉੱਪਰ ਸਿੱਟ ਦਿੱਤੀ ਤਾਂ ਕਿ ਅੱਗ ਲੱਗ ਕੇ ਉੱਥੇ ਨੁਕਸਾਨ ਹੋ ਸਕੇ। ਉਹਦਾ ਫਿਰ ਇੱਥੇ ਚਲਾਨ ਪੇਸ਼ ਹੋਇਆ, ਕੇਸ ਚੱਲਿਆ। ਅੱਜ ਮਾਨਯੋਗ ਅਦਾਲਤ ਜ਼ਿਲ੍ਹਾ ਸੈਸ਼ਨ ਜੱਜ ਨੇ ਉਹਨੂੰ 435 ਦੇ ਵਿੱਚ 5 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਤੇ 295 ਦੇ ਵਿੱਚ 3 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਕੀਤਾ। तो दस दे कि मेरे नाल मेरे सहयोगी राजकुमार फोन लाइन से जुड़े हुए हैं। राजकुमार, जानना चाहांगे कि तख्त श्री केसगढ़ साहिब बेअदबी करने वाले नूं सजा दी गई है और की कुछ जानकारी इस बाबत? जी बिल्कुल, ये मामला जिहड़ा है ये 13 सितंबर 2021 का मामला है। जदों एक नौजवान वालों सवेरे तड़कसार जदों महाराज का प्रकाश होना सी उस वेले जिहड़ी है बेअदबी ने जिहड़ा अंजाम दिता गया। तो उदों तो ही लैके सिख संगतां दे विच बहुत ज़्यादा रोष पाया जा रहा सीगा, क्योंकि लगातार उन्हां दिनां दे विच बेअदबी दी घटनावां नूं देखदे होया लोकां दे विच सिख संगतां दे विच काफ़ी रोष सीगा। तो उन्हां ने यही मंग कीती सी प्रशासन ते सरकार अगे कि ਜਿਹੜੇ ਬੇਅਦਬੀ ਮਾਮਲੇ ਦੇ ਵਿੱਚ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਛੋਟੀ ਮੋਟੀ ਸਜ਼ਾਵਾਂ ਦੇ ਕੇ ਉਹਨਾਂ ਨੂੰ ਛੋਟੀ ਮੋਟੀ ਸਜ਼ਾਵਾਂ ਹੀ ਦੇ ਦਿੱਤੀਆਂ ਜਾਂਦੀਆਂ ਸੀਗੀਆਂ। ਪਰ ਸਿੱਖ ਸੰਗਤਾਂ ਵਿੱਚ ਲਗਾਤਾਰ ਇਸ ਨੂੰ ਲੈ ਕੇ ਰੋਸ ਸੀਗਾ ਕਿ ਇਸ ਜਿਹੜੀ ਬੇਅਦਬੀ ਦੀ ਘਟਨਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਹੋਈ ਸੀਗੀ ਉਸ ਨੂੰ ਲੈ ਕੇ ਕੋਈ ਜਿਹੜਾ ਹੈ ਪ੍ਰਸ਼ਾਸਨ ਜਾਂ ਸਰਕਾਰ ਸਖਤ ਐਕਸ਼ਨ ਲਵੇ। ਪਰ ਜਦੋਂ ਹੁਣ ਕੱਲ੍ਹ ਹੀ ਮਾਨਯੋਗ ਕੋਰਟ ਵੱਲੋਂ ਜਿਹੜਾ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਹੈ ਕਾਰਵਾਈ ਕਰਦੇ ਹੋਏ ਇਹਨਾਂ ਨੂੰ 5 ਸਾਲ ਦੀ ਸਜ਼ਾ ਤੇ ਕੁਝ ਜੁਰਮਾਨਾ ਤੇ ਅਲੱਗ-ਅਲੱਗ ਧਾਰਾ ਲਗਾ ਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਤਾਂ ਸਿੱਖ ਸੰਗਤਾਂ ਦੇ ਵਿੱਚ ਕੁਝ ਇਸ ਨੂੰ ਲੈ ਕੇ ਰਾਹਤ ਜ਼ਰੂਰ ਹੋਈ ਹੈ। ਜੀ ਰਾਜकुमार, बहुत बहुत शुक्रिया ਸਾਨੂੰ तमाम जानकारी देने ਲਈ। ਤੇ 13 ਸਤੰਬਰ 2021 ਨੂੰ ਬੇਅਦਬੀ ਦੀ ਘਟਨਾ ਵਾਪਰੀ ਸੀਗੀ ਤੇ ਹੁਣ ਕੋਰਟ ਦੇ ਵੱਲੋਂ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਗੱਲ ਕਰਾਂਗੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ। ਜਗਦੀਸ਼ ਟਾਈਟਲਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਤੇ ਸੁਣਵਾਈ ਅੱਜ ਹੋਵੇਗੀ। ਦੱਸਦੇ ਕਿ ਕੁਲਬੰਗਸ਼ ਮਾਮਲੇ 'ਚ ਚਾਰਜਸ਼ੀਟ ਤੇ ਸੁਣਵਾਈ ਹੋਏਗੀ। ਕਾਬਲੇ ਗੌਰ ਹੈ ਕਿ 20 ਜੁਲਾਈ ਨੂੰ ਸੀਬੀਆਈ ਦੇ ਵੱਲੋਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਗਈ ਸੀਗੀ। ਦਰਅਸਲ ਦਿੱਲੀ ਦੀ ਰਾਉਜ਼ ਐਵਨਿਊ ਕੋਰਟ 'ਚ ਸੁਣਵਾਈ ਹੋਏਗੀ। ਦੱਸ ਦਈਏ ਕਿ ਚਾਰਜਸ਼ੀਟ 'ਚ ਟਾਈਟਲਰ ਮੁਲਜ਼ਮ ਵਜੋਂ ਨਾਮਜ਼ਦ ਨੇ। ਟਾਈਟਲਰ ਤੇ ਭੀੜ ਨੂੰ ਭੜਕਾਉਣ ਅਤੇ ਉਕਸਾਉਣ ਦੇ ਇਲਜ਼ਾਮ ਨੇ। ਸੀਬੀਆਈ ਦੀ ਚਾਰਜਸ਼ੀਟ ਮੁਤਾਬਿਕ ਟਾਈਟਲਰ ਨੂੰ ਭੀੜ ਨੇ ਭੜਕਾਇਆ ਸੀ। ਦੱਸ ਦੇ ਕਿ ਚਾਰਜਸ਼ੀਟ 'ਚ ਸੀਬੀਆਈ ਨੇ ਕਿਹਾ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਕੁਲਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ 'ਚ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀ, ਜਿਸ ਕਾਰਨ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਅਤੇ 3 ਸਿੱਖ ਮਾਰੇ ਗਏ ਸਨ। ਤੇ ਅੱਜ ਇਸ ਅਹਿਮ ਕੇਸ ਦੀ ਸੁਣਵਾਈ ਹੋਏਗੀ। ਦੱਸਦੇ ਕਿ ਦਿੱਲੀ ਦੀ ਰਾਉਜ਼ ਐਵਨਿਊ ਕੋਰਟ 'ਚ ਇਸ ਕੇਸ ਮੁਤਾਬਕ ਸੁਣਵਾਈ ਹੋਏਗੀ। ਇਸ ਵਿਚਾਲੇ ਪਿਛਲੇ ਹੀ ਦਿਨਾਂ 'ਚ ਵੌਇਸ ਸੈਂਪਲ ਵੀ ਜਗਦੀਸ਼ ਟਾਈਟਲਰ ਦੇ ਲਏ ਗਏ ਸੀਗੇ। ਉੱਥੇ ਜਗਦੀਸ਼ ਟਾਈਟਲਰ ਕਹਿੰਦੇ ਵੀ ਨਜ਼ਰ ਆਏ ਸੀਗੇ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਸਾਬਤ ਹੁੰਦਾ ਹੈ ਤੇ ਮੈਨੂੰ ਫਾਂਸੀ ਦੇ ਦਿਵੋ। ਤੇ ਅੱਜ ਇਸ ਕੇਸ 'ਚ ਅਹਿਮ ਸੁਣਵਾਈ ਹੋਏਗੀ। 20 ਮਈ ਨੂੰ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ ਸੀ ਕੋਰਟ 'ਚ। ਹੁਣ ਗੱਲ ਡੇਰਾ ਮੁਖੀ ਰਾਮ ਰਹੀਮ ਦੀ। ਰਾਮ ਰਹੀਮ ਨੂੰ ਫਿਰ ਪੈਰੋਲ ਮਿਲਣ ਤੇ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ। ਕੱਲ ਹੀ ਪੈਰੋਲ ਮਿਲੀ ਹੈ। ਦੱਸਦੇ ਕਿ ਐਸਜੀਪੀਸੀ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਇਸ ਦਾ ਸਖਤ ਵਿਰੋਧ ਜਤਾਇਆ ਹੈ, ਕਰੜਾ ਵਿਰੋਧ ਕੀਤਾ ਹੈ। ਸਿੱਖਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਜਥੇਦਾਰ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਹਿੱਤਾਂ ਲਈ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਹੋਏ ਨਜ਼ਰ ਆਏ। ਧਾਮੀ ਨੇ ਕਿਹਾ ਕਿ ਪੈਰੋਲ ਰੱਦ ਕਰਕੇ ਡੇਰਾ ਮੁਖੀ ਨੂੰ ਤੁਰੰਤ ਜੇਲ੍ਹ ਭੇਜੋ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਕੱਲ ਹੀ ਪੈਰੋਲ ਦਿੱਤੀ ਗਈ ਹੈ। ਦੱਸਦੇ ਕਿ 7ਵੀਂ ਵਾਰ ਰਾਮ ਰਹੀਮ ਡੇਰਾ ਮੁਖੀ ਬਾਹਰ ਆਇਆ ਹੈ। ਸੁਨਾਰੀਆ ਜੇਲ੍ਹ 'ਚ ਬੰਦ ਹੈ। ਰੇਪ ਤੇ ਮਰਡਰ ਦੇ ਕੇਸ 'ਚ ਬੰਦ ਹੈ ਤੇ यूपी ਦੇ ਬਾਗਪਤ
ਆਸ਼ਰਮ ਚਲਾ ਗਿਆ ਹੈ ਤੇ ਪੈਰੋਲ ਤੇ ਬਾਗਪਤ ਆਸ਼ਰਮ ਗਿਆ ਹੈ ਰਾਮ ਰਹੀਮ ਤੇ ਜਿਸ ਨੂੰ ਲੈ ਕੇ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰੜਾ ਵਿਰੋਧ ਜਤਾਇਆ। ਸਰਕਾਰ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਕਤਲ ਦੇ ਕੇਸ ਵਿੱਚ ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ, ਉਹਨੂੰ ਫਿਰ ਤੋਂ ਪੈਰੋਲ ਦਿੱਤੀ ਗਈ ਹੈ, ਜਿਸ ਤੇ ਸਮੁੱਚੇ ਖਾਲਸਾ ਪੰਥ ਨੂੰ ਸਖਤ ਇਤਰਾਜ਼ ਹੈ। ਕਿਉਂਕਿ ਇੱਕ ਪਾਸੇ ਇਹ ਕਾਤਲ ਇਹ ਵਿਭਚਾਰੀ ਜੇਲ੍ਹ ਵਿੱਚ ਬੰਦ ਹੈ, ਇਹਨੂੰ ਵਾਰ-ਵਾਰ ਰਿਹਾਈ ਦਿੱਤੀ ਜਾ ਰਹੀ ਹੈ, ਪੈਰੋਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸਿੱਖ ਜੁਝਾਰੂ ਬੰਦੀ ਸਿੰਘ ਨੇ ਜਿਨ੍ਹਾਂ ਨੂੰ 32 ਸਾਲ ਜੇਲ੍ਹਾਂ ਵਿੱਚ ਬੰਦ ਬੈਠਿਆਂ ਨੂੰ ਹੋ ਗਏ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਰਿਹਾਈ ਸਰਕਾਰਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਇਹ ਸਾਨੂੰ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਔਰ ਸਾਨੂੰ ਸਾਰਿਆਂ ਨੂੰ ਇਹਨੂੰ ਬਾਰ-ਬਾਰ ਪੈਰੋਲ ਦੇ ਕੇ ਸਾਨੂੰ ਸਾਰਿਆਂ ਨੂੰ ਇਹ ਨੀਵਾਂ ਦਿਖਾਉਣ ਦੀ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। 1999 ਤੋਂ ਲੈ ਕੇ 2017 ਤੱਕ 20 ਸਾਲ ਮੈਂ ਇਸ ਦੇ ਖਿਲਾਫ ਜਿਹੜੀ ਸੀ ਸਿਧਾਂਤਕ ਲੜਾਈ ਲੜੀ, ਜਿਹਦੇ ਦੌਰਾਨ ਮੈਨੂੰ ਅਨੇਕਾਂ ਮੁਕੱਦਮੇ ਜੇਲ੍ਹਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੀਆਂ ਜੇਲ੍ਹਾਂ ਮੈਂ ਕੱਟੀਆਂ, ਪੰਜਾਬ 'ਚ ਵੀ ਹਰਿਆਣੇ 'ਚ ਵੀ, ਔਰ ਇਸੇ ਤਰ੍ਹਾਂ ਬਹੁਤ ਸਾਰੇ ਮੁਕੱਦਮੇ ਜਿਹੜੇ ਸੀ ਉਹ ਇਹਦੇ ਖਿਲਾਫ ਜਿਹੜੇ ਸੀ ਉਹ ਮੈਨੂੰ ਭੁਗਤਣੇ ਪਏ। ਪਰ ਮੈਂ ਸੱਚ ਦੀ ਲੜਾਈ ਜਾਰੀ ਰੱਖੀ ਔਰ ਜਿੰਨਾ ਚਿਰ ਇਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਗਿਆ, ਅਸੀਂ ਉਸ ਲੜਾਈ ਨੂੰ ਵਿਰਾਮ ਨਹੀਂ ਦਿੱਤਾ। ਸੋ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹਾ ਸੰਕੀਨ ਅਪਰਾਧੀ ਉਹਦੀ ਪੈਰੋਲ ਦੇ ਅਸੀਂ ਸਖਤ ਖਿਲਾਫ ਹਾਂ। ਜਦੋਂ ਮੈਂ ਮੁੱਖ ਸੇਵਾਦਾਰ ਸੀ ਹਰਿਆਣਾ ਕਮੇਟੀ ਦਾ ਤਾਂ ਉਦੋਂ ਇਹਦੀ ਪਹਿਲੀ ਪੈਰੋਲ ਹੋਈ ਸੀ, ਤਾਂ ਮੈਂ ਐਗਜ਼ੈਕਟਿਵ ਦੇ ਵਿੱਚ ਮਤਾ ਪਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਾਨਯੋਗ ਸ੍ਰੀ ਮਨੋਹਰ ਲਾਲ ਖੱਟੜ ਜੀ ਕੋਲ ਜਾ ਕੇ ਵਿਰੋਧ ਕੀਤਾ ਸੀ, ਬਕਾਇਦਾ ਵਿਰੋਧ ਦਰਜ ਕਰਾਇਆ ਸੀਗਾ। ਹੁਣ ਗੱਲ ਰਾਜਸਥਾਨ ਦੀ ਰਾਜਧਾਨੀ ਨਾਲੇ ਪਿੰਕ ਸਿਟੀ ਜੈਪੁਰ ਦੀ। ਭੂਚਾਲ ਦੇ ਝਟਕਿਆਂ ਨਾਲ ਹਿਲਿਆ ਹੈ ਰਾਜਸਥਾਨ ਦਾ ਜੈਪੁਰ। ਦੱਸਦੇ ਕਿ ਇੱਕ ਤੋਂ ਬਾਅਦ ਇੱਕ 4 ਵਾਰ ਝਟਕੇ ਮਹਿਸੂਸ ਕੀਤੇ ਗਏ। ਤੜਕੇ ਸਵੇਰੇ ਅਰਾਊਂਡ 4 ਵਜੇ ਅੱਜ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਤੀਬਰਤਾ ਯਾਨੀ ਕਿ ਇੰਟੈਂਸਿਟੀ 4.5 ਮਾਪੀ गई है। भूचाल के समय धमाके जही आवाज आई, वाइब्रेशन काफी हुई, कंपान काफी महसूस की गई। तड़के 4:09 ते भूचाल का पहला झटका आया। दस दे कि उस तो बाद 4:22 ते दोबारा भूचाल आया। दूजी बार भूचाल की तीव्रता 3.1 मापी गई। जयपुर रहा है भूचाल का केंद्र यानी कि सेंटर रहा है जयपुर। ते इस दे नाल ही जमीन तो 5 किलोमीटर हेठां आ केंद्र रहा है। ते सवेरे तड़के 4 बजे दियां तस्वीरां तुहानूं विखा रहे जिथे कि तेज धमाके तो बाद जिस तरह की वाइब्रेशन होंदी है, कंपन महसूस की जाती है, उस तरह की ही तस्वीरां सामने आई ने। एक तस्वीर तुहानूं विखा रहे जिथे कि इन्हां तेज भूचाल के झटके महसूस करन तो बाद जो लोग सीगे वो घरां तो बाहर आ गए सीगे ते तेज जो है भूचाल के झटके महसूस किए गए। इंज महसूस किया गया कि जबरदस्त धमाका होया है ते धमाके तो बाद जिस तरह की वाइब्रेशन होंदी है, खिड़कियां शीशे सब कुछ हिल जाते हैं, उदां दी कंपन महसूस की गई। एक तुहानूं तस्वीर होर विखा रहे हैं। तस्वीरां जो तुसीं वेख पा रहे हो, सीसीटीवी तस्वीरां सामने आई ने, वेख्या जा सकता है कि कितनी जबरदस्त जो है वाइब्रेशन तस्वीरां च वेखी जा सकती है। घबराहट दे नाल जो लोग सीगे घरां तो बाहर आ गए, खुले एरिए च बाहर आ गए। तड़के सवेरे तकरीबन जो है 4 बजे अराउंड 3 जो है झटके वार वार महसूस किए गए। तस्वीरां तुहानूं विखा रहे हैं पिंक सिटी जयपुर दियां जिथे कि तड़के सवेरे जबरदस्त भूचाल के झटके महसूस किए गए। वख-वख तस्वीरां तुहानूं विखा रहे हैं, उत्थे ही वेख्या जा सकता है कि जबरदस्त वाइब्रेशन होंदी हुई वेखी जा सकती है। जो एक तस्वीरां विखा रहे गली दियां, उत्थे वेख्या जा सकता है कि जो कुत्ता गली च नजर आ रहा है वो भजदा हुआ वेख्या जा सकता है। डर दे मारे जिस तरह की भूचाल तो बाद जिस तरह एक तेज धमाका होया ते वाइब्रेशन महसूस की गई। जो लोग सीगे घरां नूं छड्ड के घरां तो बाहर आ गए। इस विचाले कहा जाता है कि जो भूचाल आंदा है तो सानू सब नूं जो है खुले एरिए च चले जाना चाहिए है। वख-वख एंगल तो तस्वीरां विखा रहे हैं। वख-वख तस्वीरां जयपुर तो सामने है। राजस्थान का जयपुर जो है सेंटर रहा है जिथे कि जो भूचाल के झटके महसूस किए। सुबह 4 बजे जब हम लोग जागे, इस भूकंप के झटके से जागे, एकदम एक आवाज़ सी फील हुई और हालांकि बहुत छोटे समय के लिए था, लेकिन इसके बावजूद एक दहशत सी हो गई। कॉलोनी के सारे लोग एकदम जागकर घर से बाहर आ गए थे। एक दहशत फैली हुई थी चारों तरफ। सुबह का टाइम था, लोग ये सोच पा नहीं रहे थे कि क्या हुआ है। फिर लोगों को जब ये एहसास हुआ कि ये एक भूकंप है, तो इसके बाद लोग घरों से बाहर निकालने लगे अपने बच्चों को और बाकी चीज़ों को। एक बहुत दहशत का माहौल पैदा हो गया था और अब
जबकि 2 घंटे के आसपास हो गए हैं, लोग थोड़े से आराम के लिए घरों में घुसे हुए हैं। बहुत ज़्यादा चिंता होने लगी क्योंकि जो वक्त था बहुत ज़्यादा गहरी नींद का था और उस झटके के साथ हमारी आंख खुली। तो सबसे पहले हमने उठती परिजनों को संभाला, सबको आपस में एक दूसरे की कुशलक्षेम पूछी और जो परिचित हमारे शहर में दूसरी जगहों पे मौजूद हैं, घंटा 2 घंटा सिर्फ हम फ़ोन कॉलों पर ही लगे रहे। उस दौरान बीच में 3 झटके महसूस किए, तो लगातार ऐसा लग रहा था कि कहीं कोई बड़ा नुकसान ना हो जाए, किसी जानकार रिश्तेदार को कोई नुकसान ना हुआ हो। इसके लिए हमें 1 घंटा लगा लोगों को फ़ोन करने के लिए। और इस घटना को गुजरे हुए अभी 2-3 घंटे हो चुके हैं, लेकिन अभी भी लोग नॉर्मल नहीं हुए। अब धीरे धीरे लोग घरों में घुसना शुरू किए हैं। बहुत ही 4 बजे के आसपास की बात है। 4 बजे के बाद मैं सो रही थी, सोते सोते एकदम ऐसे लगा जैसे कोई पलंग हिल रहा हो बहुत जोर जोर से। तो उस जोर जोर से एकदम घबराहट से नींद खुली तो देखा तो एकदम हिल रही थी मैं भी। फिर हस्बैंड को बोला, उनको भी महसूस हुआ, फिर बेटे को भी हुआ। फिर हमने घबराहट के मारे बाहर बालकनी में आके देखा कि किसी और को भी लग रहा है क्या। इतनी देर में सामने वाले बिल्डिंग वाले को भी बाहर आ गए थे लोग, बाहर लग रहा था सबको। घबराहट बहुत तेज थी और फिर हमने औरों को भी पूछा तो लोगों को आवाज़ भी सुनाई दी है और कूलर वूलर भी हिल गए, सामान भी हिला है। क्या मेरी आंख खुली हुई थी तो मेरे को ऐसा लगा कि एकदम से ये क्या आवाज़ जैसी आई जोरों की। फिर ऊपर देखा तो पंखा भी हिल रहा था, एसी चालू था इसलिए पंखा बंद कर रखा था। वो पंखा ऐसे हिला जैसे खूब तेज हिला। और फिर मैं बाहर जाके देखा तो बाहर लोग आवाज़ लगा रहे नीचे आ जाओ नीचे आ जाओ, तो हम भी सब नीचे चले गए। नहीं, अभी हमें ऐसा पहले नहीं हुआ, पहली बार ही हुआ। बिल्कुल जो है ऐसा लगा जैसे बिल्कुल अंदर से आवाज़ जमीन में से आ रही हो, खड़ खड़ गड़ 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 इस तरह की आई।